ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਕ ਗੁਰਸਿੱਖ ਦੀ ਸਾਖੀ ਜਿਸ ਨੇ ਗੁਰੂ ਅਰਜਨ ਦੇਵ ਜੀ ਕੋਲੋਂ ਖੁਸ਼ੀ ਪ੍ਰਾਪਤ ਕੀਤੀ ਸੀ। ਇੱਕ ਗੁਰਸਿੱਖ ਸੀ, ਉਹ ਹਰ ਸਮੇਂ ਆਪਣੀ ਕਮਾਈ ਵਿੱਚੋਂ 10ਵਾਂ ਦਸੌਂਦ ਕੱਢਦਾ ਸੀ। 6 ਮਹੀਨੇ ਬਾਅਦ ਉਹ ਆਪਣਾ 10ਵਾਂ ਦਸੌਂਦ ਗੁਰੂ ਦੇ ਦਰਬਾਰ ਜਾ ਕੇ ਦੇ ਆਉਂਦਾ ਸੀ। ਇਸ ਤਰ੍ਹਾਂ ਉਸ ਦੀ ਜ਼ਿੰਦਗੀ ਸੀ ਜਿਹੜੀ ਬਤੀਤ ਹੋ ਰਹੀ ਸੀ। ਉਸ ਦੇ ਇੱਕ ਲੜਕਾ ਸੀ। ਜਦੋਂ ਲੜਕਾ ਕੁਝ ਜਵਾਨ ਹੋਇਆ ਤਾਂ ਉਸਨੇ ਕਿਹਾ, ਪਿਤਾ ਜੀ, ਜੋ ਦਸੌਂਦ ਤੁਸੀਂ ਗੁਰੂ ਦੀ ਗੋਲਕ ਵਿੱਚ ਪਾ ਕੇ ਆਉਂਦੇ ਹੋ, ਉਸ ਨੂੰ ਇਸ ਵਾਰ ਮੈਂ ਪਾ ਕੇ ਆਵਾਂਗਾ। ਪਿਤਾ ਦੇ ਮਨ ਵਿੱਚ ਬੜੀ ਖੁਸ਼ੀ ਹੋਈ। ਉਸ ਨੇ ਆਪਣੇ ਪੁੱਤਰ ਨੂੰ ਜੋ ਪੈਸੇ 10ਵੇਂ ਦਸੌਂਦ ਵਿੱਚ ਕੱਢੇ ਹੋਏ ਸਨ ਉਹ ਦੇ ਦਿੱਤੇ। ਲੜਕਾ ਹੌਲੀ ਹੌਲੀ ਚੱਲਦਾ ਚੱਲਦਾ 10 ਦਿਨਾਂ ਵਿੱਚ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਪਹੁੰਚਿਆ। ਦਰਬਾਰ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਉਸ ਦਾ ਮਨ ਬੜਾ ਖੁਸ਼ ਹੋਇਆ। ਪਰ ਜਦੋਂ ਸਾਰੀ ਸੰਗਤ ਉੱਠ ਕੇ ਚਲੀ ਗਈ ਤਾਂ ਉਹ ਲੜਕਾ ਬੈਠਾ ਰਿਹਾ। ਗੁਰੂ ਸਾਹਿਬ ਨੇ ਪੁੱਛਿਆ, ਬੇਟਾ ਤੂੰ ਕਿਉਂ ਬੈਠਾ ਹੈ? ਤਾਂ ਉਸ ਨੇ ਜੋ ਭੇਟਾ ਲਿਆਇਆ ਸੀ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਪਣ ਕਰ ਦਿੱਤੀ ਅਤੇ ਕਿਹਾ, ਇਹ ਭੇਟਾ ਮੇਰੇ ਪਿਤਾ ਜੀ ਵੱਲੋਂ ਦਿੱਤੀ ਗਈ ਹੈ। ਗੁਰਸਿੱਖ ਨਾ ਹੋਣ ਕਰਕੇ ਉਸ ਨੂੰ ਗੁਰਸਿੱਖੀ ਦੀ ਕੋਈ ਬਹੁਤੀ ਜਾਣਕਾਰੀ ਨਹੀਂ ਸੀ। ਗੁਰੂ ਸਾਹਿਬ ਨੇ ਖੁਸ਼ ਹੋ ਕੇ ਉਸ ਨੂੰ ਇੱਕ ਸਰੋਪਾ ਦਿੱਤਾ ਜੋ ਉਸ ਦੇ ਗਲ ਵਿੱਚ ਪਾਇਆ ਗਿਆ। ਮੁਖ ਤੋਂ ਬਚਨ ਉਚਾਰਨ ਕੀਤੇ, ਬੇਟਾ ਤੈਨੂੰ ਖੁਸ਼ੀਆਂ ਹੀ ਖੁਸ਼ੀਆਂ। ਖਿੱਲਾਂ ਦਾ ਪ੍ਰਸ਼ਾਦ ਦਿੱਤਾ ਗਿਆ ਜੋ ਉਸਨੇ ਲੈ ਲਿਆ। ਪਰ ਜਦੋਂ ਉਹ ਉੱਥੋਂ ਤੁਰਨ ਲੱਗਿਆ ਤਾਂ ਉਸਦੇ ਮਨ ਵਿੱਚ ਬੜੀ ਸ਼ੰਕਾ ਆਈ। ਉਸਨੇ ਸੋਚਿਆ ਕਿ ਮੇਰੇ ਪਿਤਾ ਕਿਹੋ ਜਿਹਾ ਹੈ ਜੋ ਇਤਨੇ ਪੈਸੇ ਮੈਂ ਦੇ ਕੇ ਆਇਆ, ਪਰ ਗੁਰੂ ਨੇ ਮੈਨੂੰ ਕੀ ਦਿੱਤਾ? ਇੱਕ ਆਹ ਸਰੋਪਾ, ਇੱਕ ਕੱਪੜਾ ਤੇ ਥੋੜ੍ਹੀਆਂ ਜਿਹੀਆਂ ਖਿੱਲਾਂ ਤੇ ਕਹਿਤਾ ਵੀ ਖੁਸ਼ੀਆਂ ਹੀ ਖੁਸ਼ੀਆਂ। ਪਰ ਉਹ ਇਸ ਸਾਰ ਨੂੰ ਨਹੀਂ ਜਾਣਦਾ ਸੀ। ਇਸ ਤਰ੍ਹਾਂ ਤੁਰਦਾ ਤੁਰਦਾ ਉਹ ਇੱਕ ਪਿੰਡ ਵਿੱਚ ਆਇਆ ਜਿੱਥੇ ਕੁਝ ਲੋਕ ਸੱਥ ਵਿੱਚ ਬੈਠੇ ਸਨ। ਉਸ ਲੜਕੇ ਨੇ ਕਿਹਾ, ਹਨੇਰਾ ਹੋ ਰਿਹਾ ਹੈ, ਕਿਰਪਾ ਕਰਕੇ ਮੈਨੂੰ ਕੋਈ ਰਾਤ ਕਟਾ ਲਓ। ਤਾਂ ਉਸ ਸਮੇਂ ਇੱਕ ਗੁਰਸਿੱਖ ਬੈਠਾ ਸੀ। ਉਸਨੇ ਕਿਹਾ, ਕੋਈ ਗੱਲ ਨਹੀਂ ਬੇਟਾ, ਤੂੰ ਮੇਰੇ ਘਰ ਰਾਤ ਕੱਟ ਲੈ। ਜਦੋਂ ਉਹ ਰਾਤ ਨੂੰ ਉਹਨਾਂ ਦੇ ਘਰ ਗਿਆ, ਬੈਠਾ, ਭੋਜਨ ਕੀਤਾ ਤਾਂ ਉਸ ਗੁਰਸਿੱਖ ਨੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਬੇਟਾ ਤੂੰ ਕਿੱਥੋਂ ਆਇਆ ਹੈ? ਤਾਂ ਉਸਨੇ ਦੱਸਿਆ, ਮੈਂ ਗੁਰੂ ਅਰਜਨ ਦੇਵ ਜੀ ਦੇ ਦਰਬਾਰ 'ਤੇ ਗਿਆ ਸੀ। ਉੱਥੇ ਗੁਰੂ ਸਾਹਿਬ ਨੂੰ ਮੇਰੇ ਪਿਤਾ ਵੱਲੋਂ ਦਿੱਤਾ ਹੋਇਆ ਦਸੌਂਦ ਦੇਣ ਵਾਸਤੇ ਗਿਆ ਸੀ। ਤਾਂ ਉਸਨੇ ਪੁੱਛਿਆ, ਫਿਰ ਗੁਰੂ ਸਾਹਿਬ ਨੇ ਕੀ ਕਿਹਾ? ਉਸਨੇ ਕਿਹਾ, ਉਸਨੇ ਪੈਸੇ ਰੱਖ ਲਏ ਅਤੇ ਮੈਨੂੰ ਕਿਹਾ ਤੈਨੂੰ ਖੁਸ਼ੀਆਂ ਹੀ ਖੁਸ਼ੀਆਂ, ਅਤੇ ਇੱਕ ਆਹ ਮੈਨੂੰ ਖੱਟੇ ਰੰਗ ਦਾ ਕੱਪੜਾ ਦਿੱਤਾ ਹੈ ਅਤੇ ਥੋੜ੍ਹੀਆਂ ਜਿਹੀਆਂ ਖਿੱਲਾਂ। ਸਿੱਖ ਦੇ ਮਨ ਵਿੱਚ ਬੜੀ ਹੈਰਾਨੀ ਹੋਈ। ਉਹ ਸੋਚਣ ਲੱਗਿਆ, ਦੇਖੋ ਇਹ ਕਿਹਾ ਜਾ ਲੜਕਾ ਹੈ। ਤਾਂ ਉਸਨੇ ਕਿਹਾ, ਜੇਕਰ ਮੇਰਾ ਪਿਤਾ ਜੀ ਇਹ ਪੈਸੇ ਮੈਨੂੰ ਦੇ ਦਿੰਦਾ ਤਾਂ ਮੈਂ ਉਸ ਦੇ ਦੁੱਗਣੇ ਕਰਕੇ ਉਸ ਨੂੰ ਦੇਣੇ ਸੀ। ਉਸਨੇ ਕਿਹਾ, ਜੇਕਰ ਤੂੰ ਦੁੱਗਣੇ ਪੈਸੇ ਲੈਣੇ ਹਨ ਤਾਂ ਮੈਨੂੰ ਇਹ ਸਮਾਨ ਦੇ ਜਾ। ਤਾਂ ਉਸਨੇ ਕਿਹਾ ਵੀ ਠੀਕ ਹੈ। ਉਸਨੇ ਆਪਣੇ ਘਰ ਵਾਲੀ ਦੀਆਂ ਟੂਮਾਂ ਅਤੇ ਹੋਰ ਸਮਾਨ ਵੇਚ ਕੇ 250 ਰੁਪਇਆ ਤਿਆਰ ਕੀਤਾ। ਉਸਨੇ ਉਸ 250 ਰੁਪਏ ਦੇ ਵਿੱਚ ਸਵੇਰੇ ਹੋਣ ਤੱਕ ਕਿਹਾ ਵੀ ਤੂੰ ਸਾਨੂੰ ਖੁਸ਼ੀਆਂ ਜਿਵੇਂ ਤੈਨੂੰ ਗੁਰੂ ਸਾਹਿਬ ਨੇ ਦਿੱਤੀਆਂ ਉਸੇ ਤਰ੍ਹਾਂ ਤੂੰ ਸਾਨੂੰ ਵੀ ਦੇ ਦੇ।
लड़का उठ्या, उसने इशनान किया, जिस तरह गुरु साहब बैठे सन उस तरह नकल करके बैठ गया तो उसनूं कहण लग्या, लै सरोपा उस गुरसिख के गल विच पाया गया तो खिल्लां दा प्रशाद दिता गया। इस प्रशाद तो बाद उसने अपने मूँह दे विचों वचन आखे जो गुरु साहब ने आखे सन, तैनूं खुशियां ही खुशियां। पहलां जदों गुरु साहब ने कहा सी तैनूं खुशियां ही खुशियां, तां उस घर विच खुशियां आउणीਆਂ शुरू हो गईयां सन। पिता समझ चुक्या सी कि मेरे पुत्र ने सही थां ते दान दिता है। तां जदों उसने वापस खुशियां दे दित्तियां तां उन्हां दे घर विच बड़ी उदासी हुई। पिता नूं बड़ी उदासी लगी। उसने कहा मेरे पुत्र तो कोई गलत कर्म हो गया है। वो सोचण लग्या, वो 250 रुपए लैके प्रशादा पानी सक के जंगल का रास्ता तय करता होया अपने घर पहुँच गया। पिता ने पूछया, बेटा गुरु साहब ने तैनूं की दिता? कहन लगा, पिता जी तू तो एवें कमला है, तू तो मैनू गुरु साहब ने मैनू की देना सी? एक खट्टे रंग का कपड़ा, थोड़ियां जिहियां खिल्लां अते बस मुख दे विचों वाक उचारे सन, तैनूं खुशियां ही खुशियां। वो मैं किसी गुरसिख नूं 250 रुपए विच बेच आया हाँ। गुरसिख ने रोना शुरू किया। उसने कहा, गुरु दियां दित्तियां होईयां खुशियां तू क्यों बेचियां? वो बड़ा उदास होया, रोण लग्या। अपने पुत्र नूं पुछण लग्या भी जेकर तू जिस आदमी नूं तू खुशियां दे के आया है वो मैनू वापस लिया दे। पर लड़का कहन लग्या, तू उन्हां खुशियां तो की लैना है, तू अपना काम कर। पर पिता जिद दे उत्ते अड़िया रहा क्योंकि उसनूं गुरसिੱਖੀ नाल बहुत ही ज़्यादा प्यार सी। इस करके उसने अपने घर विचों कुछ चीज़ां बेच के 250 की बजाय 500 रुपया तैयार किया ते अपने लड़के ते घर वाली नूं लैके उस पिंड विच चला गया जिथे उसने खुशियां बेचियां सन। उस गुरसिख नूं मिलिया ते कहन लग्या, मेरा पुत्र अणजाण सी, इसनूं गुरु की कदर बारे नहीं पता सी, किरपा करके मेरियां खुशियां मैनू वापस दे दिओ, आ अपना 250 रुपया लै लो। पर उसने कहा, मैं तुहानूं खुशियां वापस नहीं करदा। तो उसने कहा, जेकर तू नहीं वापस करदा तां तू 500 रुपया ले लै, दुगड़े ले लै। पर वो गुरसिख ना मन्निया। उसने कहा, मैं किहड़ा तेरे पुत्र नूं कहा सी भी जे खुशियां जिहड़ियां मैनू दे जा। पर गुरु की किरपा दे नाल उसनूं एक ब्योंत सुझी। वो रोंदा रोंदा गुरु अर्जन देव जी के दरबार विच पहुंचा। उसने जाके गुरु साहब दे रो रो के चरण भ्यों दिते ते उसने कहा, पिता जी मेरा पुत्र बड़ा भुल्लणहार सी, जिसने तेरियां दित्तियां होईयां खुशियां बेच दित्तियां। इस करके मैं दोबारा तुहाडे कोलों खुशियां लैण वास्ते आया हाँ, आ 500 रुपया लै लो। पर गुरु साहब ने कहा, तेरा 10वां दसौंध पहलां ही भी गुरु के खजाने विच पहुँच चुका है, इस करके तू इन्हां पैसों नूं अपनी जेब विच पा लै ते मैं ते खुशियां वापस नहीं सी देणियां, पर मैनू तेरे हंझुआं दा तरस आ गया, इस करके मैं तैनूं दोबारा खुशियां दे रहा हाँ। गुरु साहब गुरु अर्जन देव जी ने उस गुरसिख दे गल विच सरोपा पाया, मुख तो बचन उचारण किते, जा तैनूं खुशियां ही खुशियां, ते कुछ प्रशाद दे के गुरसिख अपने घर नूं वापस आ गया खुशियां लैके। इस तरह मैं भी देखदी हाँ, शायद मैं भी ये खुशियां किसे पास बेच दित्तियां होण। हे वाहिगुरू, तू मैनू ये दोबारा खुशियां वापस दे दे, क्योंकि मैं तेरी बच्ची हाँ, अणजाण हाँ, भुल्लणहार हाँ, किरपा करके मैनू भी ये खुशियां दोबारा वापस कर। वाहिगुरू जी का खालसा, वाहिगुरू जी की फतेह।